ਜੀ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। मैं निर्गुण यारे को गुण नाही, आपे तरस पयोई। तरस पया मेहरामत होई, सतगुर सज्जन मिलिया। नानक नाम मिलै तां जीवा, तन मन थीवै हरिया। नानक नाम मिलै तां जीवा, तन मन थीवै हरिया। हो आया दूरों चल के, मैं तकी तो सरनाए जियो। मैं आशा रखी चित में, मेरा सबो दुख गवाए जियो। मैं आशा रखी चित में, मेरा सबो दुख गवाए जियो। फिरत फिरत प्रभ आया, परया तो सरनाए। नानक की प्रभ बेनती, अपनी भगति लाए। नानक की प्रभ बेनती, अपनी भगति लाए। सुखाओ टल गुर सेविए, ऐनस सहज सुभाए। दर्शन परसय गुरु के, जन्म मरण दुख जाय। होवै सिफत समधि, नूर अरसों कुरसों चटिए। तुद डिठे सच्चे पातशाह, मार जन्म जन्म दी कटिए। खुद डिठे सच्चे पातशाह, मार जन्म जन्म दी कटिए। सतनाम श्री वाहिगुरु साहिब जीओ। श्लोक रचंत जी रचना, मात गर्भ अस्थापन। सास सास सिमरंत नानक, महाअगना विनाशनं। मुख तला पैर उपर, वसंदो को हथड़ा थाए। नानक सो धनी क्यों विसारियो, उधर है जिस दे नाए। रचंत जी रचना, मात गर्भ अस्थापनं। वाहिगुरु जी का खालसा, वाहिगुरु जी की फतेह। पतत पावन
ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਨ ਕੀਤੇ। ਉਪਰੰਤ ਉਸ ਤੋਂ ਪਹਿਲਾਂ ਗੁਰਬਾਣੀ ਦੇ ਨਿਤਨੇਮ ਆਪਾਂ ਸਰਵਨ ਕੀਤੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਸ ਵੇਲੇ ਸਤਿਗੁਰਾਂ ਦੀ ਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੈਤਸਰੀ ਰਾਗ ਦੇ ਅੰਦਰ ਇਹ ਵਾਰ ਬਖਸ਼ਿਸ਼ ਕਰਦੇ ਨੇ। ਇਹ ਵਾਰ ਦਾ ਦੂਜਾ ਸ਼ਲੋਕ ਹੈ। ਇਸੇ ਵਾਰ ਤੇ ਆ ਕੇ ਗੁਰਬਾਣੀ ਦਾ ਮੱਧ ਲੱਗਦਾ ਹੈ। ਇਸੇ ਵਾਰ ਨਾਮ ਦੀ ਬਾਣੀ ਤੇ ਆਪਾਂ ਕਥਾ ਦਾ ਮੱਧ ਸਤਿਗੁਰਾਂ ਦੀ ਕਿਰਪਾ ਨਾਲ ਲਾਇਆ ਹੈ। ਇਹ ਗੁਰਬਾਣੀ ਜਿਹੜੀ ਹੈ, ਜਦੋਂ ਕੋਈ ਵਿਅਕਤੀ ਸਰੀਰ ਛੱਡ ਜਾਂਦਾ ਹੈ, ਉਹਦੇ ਸਰੀਰ ਛੱਡ ਜਾਣ ਤੋਂ ਮਗਰੋਂ ਘਰ ਦੇ ਵਿੱਚ ਕਥਾ ਦੇ ਰੂਪ ਦੇ ਵਿੱਚ ਇਹ ਬਾਣੀ ਜਿਹੜੀ ਹੈ ਪੜ੍ਹੀ ਸੁਣੀ ਜਾਂਦੀ ਹੈ। ਇਸ ਬਾਣੀ ਦੇ ਵਿੱਚ ਮਹਾਰਾਜ ਜੀਆਂ ਨੇ ਵੈਰਾਗ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੰਸਾਰ ਦਾ ਮੋਹ ਕਿਵੇਂ ਛੱਡਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ 706 ਅੰਗ ਦੇ ਉੱਪਰ ਇਹ ਸ਼ਲੋਕ ਬਖਸ਼ਿਸ਼ ਕਰਦੇ ਹਨ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਐ ਮਨੁੱਖ ਤੂੰ ਦੁਨੀਆ ਤੇ ਕਿਵੇਂ ਬਣ ਕੇ ਆਇਆ ਹੈ? ਤੇਰਾ ਸਰੀਰ ਬਣਿਆ ਕਿਵੇਂ? ਸਰੀਰ ਦਾ ਮੋਹ ਕਰਦਾ ਨਾ, ਮਾਨ ਕਰਦਾ, ਮੇਰਾ ਸਰੀਰ ਬੜਾ ਮਜ਼ਬੂਤ ਹੈ, ਮੇਰੇ ਵਿੱਚ ਬਹੁਤਾ ਬਲ ਹੈ। ਜੇ ਸਰੀਰ ਦਾ ਤੂੰ ਮਾਨ ਕਰਦਾ ਪਿਆ, ਇਹ ਸਰੀਰ ਬਣਿਆ ਕਿਵੇਂ ਹੈ? ਇਹਦੀ ਬਣਤਰ ਕਿਵੇਂ ਬਣੀ ਹੈ? ਤੇ ਸਤਿਗੁਰੂ ਦੱਸਦੇ ਪਏ, ਮਾਤ ਗਰਭ ਅਸਥਾਪਨੰ, ਮਾਤਾ ਦੇ ਗਰਭ ਦੇ ਅੰਦਰ ਉਸ ਪਰਮਾਤਮਾ ਨੇ ਇੱਕ ਬੂੰਦ ਪਾਣੀ ਦੀ ਟਿਕਾਈ ਹੈ। ਉਸ ਬੂੰਦ ਤੋਂ ਰਚੰਤ ਜੀ ਰਚਨਾ, ਤੇਰੇ ਸਰੀਰ ਦੀ ਰਚਨਾ ਹੋਈ ਹੈ। ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇੱਕ ਮੈਲੇ ਪਾਣੀ ਦੀ ਬੂੰਦ ਤੋਂ ਤੇਰਾ ਇਹ ਗੋਰਾ ਸੋਹਣਾ ਸਰੀਰ ਪਰਮਾਤਮਾ ਨੇ ਬਣਾਇਆ ਹੈ। ਤੇ ਬਣਿਆ ਕਿਵੇਂ ਹੈ? ਮਾਤਾ ਦੇ ਗਰਭ ਦੇ ਅੰਦਰ, ਪੇਟ ਦੇ ਅੰਦਰ। ਜਿਸ ਵੇਲੇ ਉਸ ਮੈਲੇ ਪਾਣੀ ਦੀ ਬੂੰਦ ਨੂੰ ਰੱਖਿਆ ਤੇ ਸਰੀਰ ਤਾਂ ਬਣਿਆ ਹੈ। ਇਹ ਤੇਰੇ ਸਰੀਰ ਦੀ ਬਣਤਰ ਇਸ ਤਰ੍ਹਾਂ ਬਣੀ ਹੈ। ਹਾੜ ਮਾਸ ਨਾੜੀ ਕੋ ਪਿੰਜਰ, ਇਹ ਤੇਰਾ ਸਰੀਰ ਬਣਿਆ ਹੱਡਾਂ ਦਾ, ਮਾਸ ਦਾ ਇਹ ਪਿੰਜਰਾ ਬਣਿਆ। ਨਾੜੀਆਂ ਨਿੱਕੀਆਂ ਨਿੱਕੀਆਂ ਦੇ ਵਿੱਚ ਬਣੀਆਂ ਹੋਈਆਂ। ਪੰਖੀ ਬਸੈ ਵਿਚਾਰਾ, ਐਸੇ ਪਿੰਜਰੇ ਦੇ ਵਿੱਚ ਜੀਵ ਰੂਪ ਪੰਛੀ ਵਸਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਰਚੰਤ ਜੀ ਰਚਨਾ, ਉਹ ਪਰਮਾਤਮਾ ਨੇ ਤੇਰੇ ਸਰੀਰ ਦੀ ਜਿਹੜੀ ਰਚਨਾ ਹੈ ਇਸ ਤਰ੍ਹਾਂ ਰਚੀ ਹੈ। ਮਾਤ ਗਰਭ ਸਥਾਪਨੰ, ਮਾਤਾ ਦੇ ਗਰਭ ਦੇ ਅੰਦਰ ਤੇਰਾ ਸਰੀਰ ਬਣਿਆ ਹੈ। ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਕਬੀਰਾ ਧੂਰ ਸਕੇਲ ਕਹਿ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਧੂਰ ਸਕੇਲ ਕਹਿ, ਧੂਲ ਤੋਂ ਭਾਵ ਹੈ ਮਿੱਟੀ। ਕਿਸਾਨ ਮਿੱਟੀ ਨੂੰ ਵਾਹੁੰਦਾ ਨਾ, ਜ਼ਮੀਨ ਨੂੰ ਵਾਹੁੰਦਾ, ਵਾਹ ਕੇ ਉਸ ਜ਼ਮੀਨ ਦੇ ਵਿੱਚ ਬੀਜ ਬੋਇਆ ਜਾਂਦਾ ਹੈ। ਉਹ ਬੀਜ ਅੱਗੇ ਵੱਡੇ ਅਨਾਜ ਦੇ ਰੂਪ ਦੇ ਵਿੱਚ ਪੈਦਾ ਹੁੰਦਾ।
ਉਸ ਅਨਾਜ ਨੂੰ ਫਿਰ ਵਿਅਕਤੀ ਖਾਂਦਾ ਹੈ। ਉਸ ਅਨਾਜ ਦੇ ਖਾਣ ਦੇ ਨਾਲ ਤੇਰੇ ਅੰਦਰ ਲਹੂ ਬਣਦਾ, ਖੂਨ ਬਣਦਾ। ਉਸ ਅਨਾਜ ਨੂੰ ਖਾਣ ਦੇ ਨਾਲ ਤੇਰੇ ਅੰਦਰ ਬਿੰਦ ਕਹੀਏ ਬੀਰਜ ਬਣਦਾ ਹੈ। ਕਬੀਰਾ ਧੂਲ ਸਕੇਲ ਕੈ, ਮਿੱਟੀ ਨੂੰ ਇਕੱਠੀ ਕਰਕੇ ਉਸ ਰਤ ਤੋਂ, ਉਸ ਬਿੰਦ ਤੋਂ ਤੇਰਾ ਸਰੀਰ ਬਣਿਆ। ਪੁਰੀਆ ਬਾਂਧੀ ਦੇ, ਰੱਬ ਨੇ ਸਰੀਰ ਰੂਪੀ ਪੁੜੀ ਬੰਨੀ ਹੈ। ਦਿਵਸ 4 ਕੋ ਪੇਖਣਾ, ਇਹ ਜ਼ਿੰਦਗੀ 4 ਦਿਨਾਂ ਦੀ ਮਹਿਮਾਨ ਹੈ। ਕੋਈ 50 ਸਾਲ ਲੈ ਕੇ ਆਇਆ, ਕੋਈ 80 ਸਾਲ ਲੈ ਕੇ ਆਇਆ, ਕੋਈ 100 ਸਾਲ ਲੈ ਕੇ ਆਇਆ। ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਵੀ ਇੰਨੀ ਲੰਮੀ ਉਮਰਾ ਹੈ। ਪਰ ਕਬੀਰ ਸਾਹਿਬ ਜੀ ਕਹਿਣ ਲੱਗੇ 4 ਕੁ ਦਿਨਾਂ ਦਾ ਹੀ ਮੇਲਾ ਹੈ। ਦਿਵਸ 4 ਕੋ ਪੇਖਣਾ, ਅੰਤ ਖੇ ਕੀ ਖੇ, ਮਿੱਟੀ ਤੋਂ ਬਣੀ ਹੈ, ਮਿੱਟੀ ਵਿੱਚ ਇਹਨੇ ਫਿਰ ਮਿਲ ਜਾਣਾ ਹੈ। ਸਵਾਹ ਤੋਂ ਬਣ ਕੇ ਸਵਾਹ ਦੇ ਵਿੱਚ ਹੀ ਮਿਲ ਗਈ। 4 ਕੁ ਦਿਨ ਦਾ ਮੌਜ ਮੇਲਾ ਸਰੀਰ ਦਾ, ਬਣਿਆ ਵੀ ਮਿੱਟੀ ਤੋਂ, ਮਿਲ ਵੀ ਮਿੱਟੀ ਵਿੱਚ ਹੀ ਜਾਣਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਮਾਤ ਗਰਭ ਅਸਥਾਪਨੰ, ਮਾਤਾ ਦੇ ਗਰਭ ਦੇ ਅੰਦਰ ਉਸ ਪ੍ਰਮਾਤਮਾ ਨੇ ਬਿੰਦ ਨੂੰ ਟਿਕਾ ਕੇ ਤੇਰੇ ਸਰੀਰ ਦੀ ਰਚਨਾ ਰਚੀ ਹੈ, ਤੇਰਾ ਸਰੀਰ ਬਣਾਇਆ ਹੈ। ਸਾਸ ਸਾਸ ਸਿਮਰੰਤ ਨਾਨਕ, ਮਹਾਅਗਨ ਨਾ ਬਨਾਸਨੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਦੇ ਗਰਭ ਦੇ ਅੰਦਰ ਜਠਰਾ ਅਗਨੀ ਹੈ, ਮਹਾ ਅਗਨ, ਜਿਸ ਅਗਨੀ ਦਾ ਬਹੁਤ ਵੱਡਾ ਸੇਕ ਹੈ। ਵਿਦਵਾਨ ਜਨ ਕਹਿੰਦੇ ਨੇ ਰੋੜ ਵੀ ਜੇ ਖਾ ਲੈ ਜਾਣ ਤੇ ਉਸ ਜਠਰਾ ਅਗਨੀ ਦੇ ਵਿੱਚ ਰੋੜ ਵੀ ਸੜ ਜਾਵੇ, ਗਲ ਜਾਵੇ। ਐਸੀ ਮਹਾ ਅੱਗ ਦੇ ਵਿੱਚ ਪ੍ਰਮਾਤਮਾ ਨੇ ਤੇਰਾ ਸਰੀਰ ਬਣਾਇਆ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ, ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਕੱਲਾ ਉਹਨੇ ਸਰੀਰ ਬਣਾਇਆ ਨਹੀਂ, ਉਥੇ ਉਸਨੇ ਭੋਜਨ ਦਾ ਵੀ ਇੰਤਜ਼ਾਮ ਕੀਤਾ। ਤੇ ਪਾਤਸ਼ਾਹ ਕਹਿਣ ਲੱਗੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੁਹੇ ਨਾ ਸਕਈ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ, ਸੋ ਕਿਉ ਮਨੋ ਵਿਸਾਰੀਐ। ਉਸ ਏਡੇ ਵੱਡੇ ਦਾਤੇ ਨੂੰ ਕਿਉਂ ਭੁਲਾਉਣਾ, ਜਿਹੜਾ ਜਠਰਾ ਅਗਨੀ ਦੇ ਵਿੱਚ ਰੱਖ ਕੇ ਨੜੂਏ ਦੇ ਰਾਹੀਂ ਬੱਚੇ ਨੂੰ ਖੁਰਾਕ ਦਿੰਦਾ ਹੈ, ਉਹਨੂੰ ਪਾਲਦਾ ਹੈ, ਉਹਦੇ ਸਰੀਰ ਨੂੰ ਬਣਾਉਂਦਾ ਹੈ, ਉਹਦਾ ਸਰੀਰ ਵੱਧਦਾ ਹੈ। ਅੱਗ ਦੇ ਵਿੱਚ ਪੈ ਕੇ ਚੀਜ਼ ਸੁੱਕਦੀ ਹੈ, ਅੱਗ ਦੇ ਵਿੱਚ ਪੈ ਕੇ ਵਸਤੂ ਸੜਦੀ ਹੈ, ਅੱਗ ਵਿੱਚ ਪੈ ਕੇ ਆਕਾਰ ਘਟਦਾ ਹੈ। ਵੱਡੀ ਸਾਰੀ ਲੱਕੜ 5-10 ਬੰਦਿਆਂ ਨੇ ਚੁੱਕੀ ਹੈ, ਚੁੱਕ ਕੇ ਲੱਕੜਾਂ ਦੇ ਦੂਜੇ ਢੇਰ ਤੇ ਰੱਖ ਕੇ ਉਹਨੂੰ ਅੱਗ ਲਾਈ ਹੈ। ਅੱਗ ਲੱਗਣ ਤੋਂ ਮਗਰੋਂ ਸੜਨ ਤੋਂ ਬਾਅਦ ਉਹ ਵੱਡੀ ਲੱਕੜ ਜਿਹੜੀ 5-7 ਬੰਦਿਆਂ ਨੇ ਚੁੱਕੀ ਹੈ, ਇੱਕ ਟੋਕਰੇ ਦੇ ਵਿੱਚ ਸਵਾਹ ਦੇ ਰੂਪ ਦੇ ਵਿੱਚ ਹੀ ਰਹਿ ਗਈ ਹੈ। ਬੜੀ ਹੌਲੀ ਹੋ ਗਈ ਹੈ, ਹੁਣ ਤੇ ਇੱਕ ਬੰਦਾ ਬੱਚਾ ਵੀ ਚੁੱਕ ਸਕਦਾ। ਜਿਹੜੀ ਉਹ 20 ਫੁੱਟ ਲੰਮੀ ਲੱਕੜ ਸੀ, ਉਹਦਾ ਆਕਾਰ ਹੁਣ ਕੁਝ ਨਹੀਂ ਰਹਿ ਗਿਆ, ਨਿੱਕੇ ਨਿੱਕੇ ਕੋਇਲੇ ਬਣ ਗਏ। ਅੱਗ ਜਿਹੜੀ ਹੈ ਉਹ ਸਾੜ ਕੇ ਵਜਨ ਘਟਾ ਦਿੰਦੀ ਹੈ, ਅੱਗ ਸਾੜ ਕੇ ਆਕਾਰ ਛੋਟਾ ਕਰ ਦਿੰਦੀ ਹੈ। ਪਰਮਾਤਮਾ ਨੇ ਤੇਰਾ ਸਰੀਰ ਵੀ ਅੱਗ ਦੇ ਵਿੱਚ ਬਣਾਇਆ ਹੈ, ਪਰ ਉਹ ਐਸਾ ਸਮਰੱਥ ਹੈ, ਸਗੋਂ ਤੇਰਾ ਸਰੀਰ ਛੋਟੇ ਤੋਂ ਵੱਡਾ ਹੋਇਆ। 1 ਮਹੀਨੇ ਦਾ, 2 ਮਹੀਨੇ ਦਾ, 5 ਮਹੀਨੇ ਦਾ, 7 ਮਹੀਨੇ ਦਾ, 9 ਮਹੀਨੇ ਦਾ ਸਰੀਰ ਵਧਿਆ ਹੈ, ਘਟਿਆ ਨਹੀਂ। ਦੁਨਿਆਵੀ ਅੱਗ ਅਸੀਂ ਸਾਹਮਣੇ ਲਾ ਲਈਏ, ਉਹ ਲੱਕੜ ਨੂੰ ਸਾੜ ਦਿੰਦੀ ਹੈ, ਛੋਟਾ ਕਰ ਦਿੰਦੀ ਹੈ, ਆਕਾਰ ਬਦਲ ਦਿੰਦੀ ਹੈ। ਪਰਮਾਤਮਾ ਨੇ ਗਰਭ ਦੇ ਅੰਦਰ ਜਠਰਾ ਅਗਨੀ ਬਾਲੀ ਹੈ, ਜਿਹੜੀ ਕਿ ਬਾਹਰ ਦੀ ਵੀ ਅੱਗ ਨਾਲੋਂ ਜ਼ਿਆਦਾ ਭਿਆਨਕ ਹੈ। ਉੱਥੇ ਵੀ ਸਰੀਰ ਨੂੰ ਉਹਨੇ ਛੋਟਾ ਨਹੀਂ ਹੋਣ ਦਿੱਤਾ, ਸਗੋਂ ਵੱਡਾ ਕੀਤਾ ਹੈ, ਸਗੋਂ ਬਣਾਇਆ ਹੈ, ਸਰੀਰ ਨੂੰ ਸੜਨ ਨਹੀਂ ਦਿੱਤਾ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਐਸਾ ਸਮਰੱਥ ਹੈ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਐਸੇ ਵੱਡੇ ਨੂੰ ਕਿਉਂ ਭੁੱਲੀਏ ਜਿਹੜਾ ਅੱਗ ਦੇ ਵਿੱਚ ਆਹਾਰ ਭੋਜਨ ਪਹੁੰਚਾਉਂਦਾ ਪਿਆ। ਮਹਾਰਾਜ ਕਹਿਣ ਲੱਗੇ
ਉਹ ਪ੍ਰਮਾਤਮਾ ਮਹਾ ਅਗਨ ਨਾ ਬਿਨਾਸਨੰ, ਜਿਸ ਨੂੰ ਮਹਾ ਅਗਨੀ ਕਿਹਾ ਜਾਂਦਾ ਹੈ, ਜਠਰਾ ਅਗਨੀ ਕਿਹਾ ਜਾਂਦਾ ਹੈ, ਉਸ ਜਠਰਾ ਅਗਨੀ ਦੇ ਵਿੱਚ ਵੀ ਬਿਨਾਸਨੰ ਕਹੀਏ ਮਰਨ ਨਹੀਂ ਦਿੰਦਾ, ਖਤਮ ਨਹੀਂ ਹੋਣ ਦਿੰਦਾ। ਉਹ ਪ੍ਰਮਾਤਮਾ ਤੇਰੀ ਰੱਖਿਆ ਕਰਦਾ। ਪਰ ਮਹਾਰਾਜ ਰੱਖਿਆ ਕਿਵੇਂ ਹੁੰਦੀ ਹੈ? ਕਿਉਂਕਿ ਉੱਥੇ ਸਾਸ ਸਾਸ ਸਿਮਰੰਤ ਨਾਨਕ, ਉੱਥੇ ਬੱਚਾ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ। ਤੇ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਨੇ ਅੱਗ ਦਾ ਸੇਕ ਹੀ ਨਹੀਂ ਲੱਗਣ ਦਿੱਤਾ। ਇਹ ਨਾਮ ਦੀ ਕਮਾਈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਵੇਂ ਦੀ ਉਹ ਜਠਰਾ ਅਗਨੀ ਦਾ ਸੇਕ ਹੈ, ਉੱਥੇ ਤੂੰ ਪ੍ਰਮਾਤਮਾ ਦਾ ਨਾਮ ਜਪਿਆ ਤੇ ਬਚ ਗਿਆ। ਬਿਲਕੁਲ ਉਸੇ ਤਰ੍ਹਾਂ ਦੀ ਇਹ ਸੰਸਾਰ ਦੀ ਮੋਹ ਮਮਤਾ ਹੈ, ਇਹ ਸੰਸਾਰ ਦੀ ਮਾਇਆ ਹੈ। ਇੱਥੇ ਵੀ ਉਸੇ ਤਰ੍ਹਾਂ ਹੀ ਸਿਮਰਨ ਕਰਨਾ ਪੈਣਾ ਹੈ, ਜਿਵੇਂ ਸਿਮਰਨ ਤੂੰ ਜਨਮ ਲੈਣ ਤੋਂ ਪਹਿਲਾਂ ਕਰਦਾ ਸੀ, ਜਨਮ ਲੈਣ ਤੋਂ ਬਾਅਦ ਵੀ ਸਿਮਰਨ ਕਰੇਗਾ। ਇਹ ਸੰਸਾਰ ਦੀ ਮਾਇਆ ਤੈਨੂੰ ਕੁਝ ਕਹਿ ਨਹੀਂ ਸਕੇਗੀ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਪ੍ਰਮਾਤਮਾ ਨੇ ਖੇਲ ਇਹੋ ਜਿਹੀ ਖੇਡੀ ਹੈ, ਇੱਕੋ ਜਿਹੇ ਦੁਆ ਨੂੰ ਬਣਾਇਆ ਹੈ। ਜਾਂ ਤਿਸ ਭਾਣਾ ਤਾਂ ਜੰਮਿਆ। ਜੇ ਪ੍ਰਮਾਤਮਾ ਨੂੰ ਭਾਇਆ ਨਾ ਵੀ ਹੁਣ ਇਸ ਨੂੰ ਜਨਮ ਦੇਣਾ ਚਾਹੀਦਾ, ਤਾਂ ਜਨਮ ਹੋਇਆ। ਪਰਵਾਲ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਦੁਨੀਆ ਤੇ ਆਉਂਦਿਆਂ ਹੀ ਇਹੋ ਜਿਹੀ ਚੀਕ ਮਾਰ ਕੇ ਰੋਇਆ, ਇਹੋ ਜਿਹਾ ਮਾਇਆ ਨੇ ਪ੍ਰਭਾਵ ਪਾਇਆ। ਉਹ ਪਿਛਲੀ ਸਾਰੀ ਖੇਡ ਭੁੱਲ ਗਿਆ ਵੀ ਮੈਂ ਕਿਵੇਂ ਸਿਮਰਨ ਕਰਕੇ ਬਚਿਆ ਹਾਂ। ਮਹਾਰਾਜ ਕਹਿਣ ਲੱਗੇ ਸਾਸ ਸਾਸ ਸਿਮਰੰਤ ਨਾਨਕ। ਜਦੋਂ ਬੱਚੇ ਦੇ ਰੂਪ ਦੇ ਵਿੱਚ ਜਠਰਾ ਅਗਨੀ ਦੇ ਵਿੱਚ ਸੀ, ਗਰਭ ਦੇ ਵਿੱਚ ਸੀ, ਉੱਥੇ ਤੂੰ ਸਵਾਸ ਸਵਾਸ ਨਾਮ ਜਪਿਆ ਹੈ ਤੇ ਤੈਨੂੰ ਉਸ ਜਠਰਾ ਅਗਨੀ ਨੇ ਤਾਂ ਨਹੀਂ ਸਾੜਿਆ। ਮਹਾਰਾਜ ਇਹ ਸ਼ਲੋਕ ਫਿਰ ਬਖਸ਼ਿਸ਼ ਕਰਦੇ ਹਨ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਇਸ ਜੀਵ ਦੀ ਰਚਨਾ ਰਚ ਕੇ ਪਰਮਾਤਮਾ ਨੇ ਫਿਰ ਮਾਤਾ ਦੇ ਗਰਭ ਦੇ ਅੰਦਰ ਟਿਕਾਇਆ ਹੈ। ਜਿਵੇਂ ਆਪਾਂ ਬੋਰਡ ਦੀ ਗੋਲ ਦੇਖਦੇ ਹਾਂ ਨਾ, ਬੋਰਡ ਦਾ ਰੁੱਖ ਹੈ, ਉਹਨੂੰ ਛੋਟੀਆਂ ਛੋਟੀਆਂ ਗੋਲਾਂ ਲੱਗੀਆਂ ਹੁੰਦੀਆਂ, ਉਹਨਾਂ ਗੋਲਾਂ ਦੇ ਵਿੱਚ ਨਿੱਕੇ ਨਿੱਕੇ ਬੀ ਨੇ, ਬਿਲਕੁਲ ਨਿੱਕੇ ਨਿੱਕੇ ਬੀ। ਉਹ ਬੀ ਹੀ ਬੋਰਡ ਦਾ ਆਕਾਰ ਨੇ। ਬਸ ਉਹਨਾਂ ਬੀਆਂ ਨੂੰ ਧਰਤੀ ਚਾਹੀਦੀ ਹੈ, ਮਿੱਟੀ ਚਾਹੀਦੀ ਹੈ। ਜਦੋਂ ਇੱਕ ਨਿੱਕੀ ਜਿਹੀ ਬੋਰਡ ਦੀ ਗੋਲ ਨੂੰ, ਨਿੱਕੇ ਜਿਹੇ ਬੀ ਨੂੰ ਧਰਤੀ ਦੇ ਵਿੱਚ ਦੱਬਿਆ, ਧਰਤੀ ਦੇ ਸਹਿਯੋਗ ਦੇ ਨਾਲ ਬੋਰਡ ਦਾ ਇੱਕ ਪੇੜ ਪੈਦਾ ਹੋਇਆ। ਸਾਲਾਂ ਦੇ ਵਿੱਚ ਬਹੁਤ ਵੱਡਾ ਹੋ ਗਿਆ, ਬੜਾ ਵੱਡਾ ਰੁੱਖ ਬਣ ਗਿਆ। ਪਰ ਬਣਿਆ ਕਿੱਥੋਂ? ਕਹਿਣ ਲੱਗੇ ਬੋਰਡ ਦੀ ਗੋਲ ਤੋਂ, ਤੇ ਗੋਲ ਦੇ ਵਿੱਚ ਨਿੱਕੇ ਜਿਹੇ ਬੀ ਤੋਂ। ਨਿੱਕੇ ਜਿਹੇ ਬੀ ਦੇ ਵਿੱਚ ਹੀ ਪ੍ਰਮਾਤਮਾ ਨੇ ਰੁੱਖ ਰੱਖਿਆ ਹੈ। ਬਸ ਉਸ ਰੁੱਖ ਨੂੰ ਮਿੱਟੀ ਮਿਲੀ ਹੈ ਤੇ ਵੱਡਾ ਰੁੱਖ ਬਣ ਗਿਆ। ਬਿਲਕੁਲ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਨੇ ਤੇਰਾ ਵਜੂਦ, ਤੇਰਾ ਸਰੀਰ, ਤੇਰਾ ਆਕਾਰ ਇੱਕ ਪਾਣੀ ਦੀ ਬੂੰਦ ਵਿੱਚ ਰੱਖਿਆ। ਬਸ ਉਹਨੂੰ ਧਰਤੀ ਚਾਹੀਦੀ ਹੈ, ਉਹਨੂੰ ਟਿਕਾਣਾ ਚਾਹੀਦਾ ਰਹਿਣ ਵਾਸਤੇ। ਉਹ ਹੈ ਗਰਭ। ਜਦੋਂ ਗਰਭ ਦੇ ਵਿੱਚ ਰੱਖਦਾ ਫਿਰ ਉੱਥੋਂ ਜੀਵ ਬਣਨਾ ਸ਼ੁਰੂ ਹੋ ਜਾਂਦਾ, ਫਿਰ ਬਣ ਕੇ ਦੁਨੀਆ ਤੇ ਆ ਜਾਂਦਾ ਹੈ। ਇਸ ਤਰ੍ਹਾਂ ਤੇਰੇ ਸਰੀਰ ਨੂੰ ਬਣਾਇਆ। ਰਚੰਤ ਜੀ ਰਚਨਾ, ਇਸ ਜੀਵ ਨੂੰ ਰਚ ਕੇ ਪ੍ਰਮਾਤਮਾ ਨੇ ਮਾਤ ਗਰਭ ਅਸਥਾਪਨੰ, ਫਿਰ ਮਾਤਾ ਦੇ ਗਰਭ ਦੇ ਵਿੱਚ ਇਸ ਨੂੰ ਟਿਕਾਇਆ ਹੈ। ਸਾਸ ਸਾਸ ਸਿਮਰੰਤ ਨਾਨਕ। ਉੱਥੇ ਸੋਝੀ ਦਿੱਤੀ ਪ੍ਰਮਾਤਮਾ ਨੇ। ਗੁਰਮੁਖੋ ਸੋਝੀ ਗਿਆਨ ਵੀ ਦਿੰਦਾ ਹੈ ਕਿ ਹੁਣ ਤੇਰੀ ਰੱਖਿਆ ਕਿਵੇਂ ਹੋਣੀ ਹੈ। ਉੱਥੇ ਸਵਾਸ ਸਵਾਸ ਫਿਰ ਨਾਮ ਜਪਿਆ ਜਾਂਦਾ ਹੈ। ਮਹਾ ਅਗਨ ਨਾ ਬਿਨਾਸਨੰ। ਉਹ ਜਿਹੜੀ ਮਹਾ ਅੱਗ ਹੈ ਨਾ, ਜਠਰਾ ਅਗਨੀ, ਉਹ ਫਿਰ ਜੀਵ ਨੂੰ ਸਾੜ ਨਹੀਂ ਸਕਦੀ ਹੈ, ਕਿਉਂਕਿ ਸਿਮਰਨ ਇਸ ਦੀ ਰੱਖਿਆ ਕਰਦਾ। ਸਿਮਰਨ ਇਸ ਨੂੰ ਫਿਰ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਉਹ ਸਿਮਰਨ ਇਸ ਨੂੰ ਫਿਰ ਉਸ ਜਠਰਾ ਅਗਨੀ ਦੀ ਤਤੀ ਵਾਹ ਨਹੀਂ ਲੱਗਣ ਦਿੰਦਾ। ਇਸ ਤਰ੍ਹਾਂ ਇਹਦਾ ਬਚਾਅ ਹੁੰਦਾ ਹੈ। ਮੁਖ ਤਲੈ ਪੈਰ ਉਪਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਸਿਮਰਨ ਕਰਦਾ ਸੀ ਨਾ ਗਰਭ ਦੇ ਵਿੱਚ, ਤੇ ਤੇਰਾ ਟਿਕਾਣਾ ਸੀ ਉਸ ਵੇਲੇ ਮੁਖ ਤਲੈ।
ਤੇਰਾ ਮੂੰਹ ਸੀ ਥੱਲੇ ਨੂੰ ਤੇ ਪੈਰ ਉੱਪਰ ਹੈ, ਪੈਰ ਸੀ ਉੱਪਰ ਨੂੰ, ਭਾਵ ਕਿ ਪੁੱਠਾ ਲਟਕਿਆ। ਤੂੰ 9 ਮਹੀਨੇ ਸਰੀਰ ਵਿੱਚ ਬਣਿਆ ਤੇ ਜ਼ਰੂਰ ਹੈ, ਪਰ 9 ਮਹੀਨੇ ਪੁੱਠਾ ਲਟਕਦਾ ਰਿਹਾ। ਇਸ ਤਰੀਕੇ ਦੇ ਨਾਲ ਪਰਮਾਤਮਾ ਨੇ ਤੇਰੇ ਸਰੀਰ ਨੂੰ ਪੁੱਠਾ ਲਮਕਾ ਕੇ ਲਟਕਾ ਕੇ ਤੇਰੇ ਸਰੀਰ ਨੂੰ ਬਣਾਇਆ ਹੈ। ਅੱਜ ਆਪਾਂ ਵੈਦ ਹਕੀਮ ਕੋਲ ਜਾਂਦੇ ਨਾ, ਆਯੁਰਵੈਦ ਦੇ ਕੋਲ ਜਾਂਦੇ ਨਾ, ਪੁੱਠਾ ਨਹੀਂ ਲਟਕਣਾ ਚਾਹੀਦਾ, ਕਹਿੰਦੇ ਭੋਜਨ ਨਹੀਂ ਹਜਮ ਹੁੰਦਾ, ਭੋਜਨ ਬਾਹਰ ਚਲੇ ਜਾਂਦਾ। ਪਰ ਪਰਮਾਤਮਾ ਵੇਖੋ ਕੈਸੀ ਸਮਰੱਥਾ ਰੱਖਦਾ ਹੈ, ਪੁੱਠਾ ਲਟਕਾ ਕੇ ਖੁਰਾਕ ਵੀ ਦਿੰਦਾ, ਸਰੀਰ ਬਣਦਾ ਵੀ ਪਿਆ, ਵੱਡਾ ਵੀ ਹੁੰਦਾ ਪਿਆ। ਮਹਾਰਾਜ ਕਹਿਣ ਲੱਗੇ ਮੁਖ ਤਲੈ, ਤੇਰਾ ਮੂੰਹ ਥੱਲੇ ਨੂੰ ਸੀ ਜਦੋਂ ਤੇਰਾ ਸਰੀਰ ਬਣਿਆ, ਪੈਰ ਉੱਪਰ ਹੈ, ਤੇਰੇ ਪੈਰ ਉੱਪਰ ਨੂੰ ਸਨ, ਭਾਵ ਕਿ ਪੁੱਠਾ ਲਟਕਿਆ ਹੋਇਆ ਹੈ। ਵਸੰਦੋ ਕੋਥੜਾ ਥਾਏ, ਵਸੰਦੋ ਕੋਥੜਾ ਥਾਏ, ਇਹਦੇ ਉੱਪਰ ਅਧਕ ਨਹੀਂ ਲਾਉਣੀ ਹੈ। ਕੋਥੜੇ ਤੋਂ ਭਾਵ ਹੁੰਦਾ ਕੋਥਰੀ ਜਗ੍ਹਾ, ਗੰਦੀ ਜਗ੍ਹਾ। ਜਦੋਂ ਤੇਰਾ ਸਰੀਰ ਬਣਿਆ ਬੜੀ ਗੰਦੀ ਜਗ੍ਹਾ ਤੇ ਬਣਿਆ ਹੈ, ਮਲ ਮੂਤਰ ਤੇਰੇ ਕੋਲ ਦੀ ਨਿਕਲਦਾ ਹੈ। ਜਦੋਂ ਤੇਰਾ ਸਰੀਰ ਬਣਦਾ ਹੈ ਨਾ ਗਰਭ ਦੇ ਵਿੱਚ, ਅਤੇ ਮਾਂ ਜੋ ਭੋਜਨ ਖਾਂਦੀ ਹੈ, ਮਲ ਮੂਤਰ ਤੇਰੇ ਕੋਲ ਦੀ ਨਿਕਲਦਾ। ਇਹੋ ਜਿਹੀ ਜਗ੍ਹਾ ਤੇ ਰੱਖ ਕੇ ਤੈਨੂੰ ਪਰਮਾਤਮਾ ਨੇ ਬਣਾਇਆ। ਜਦੋਂ ਦੁਨੀਆ ਤੇ ਆ ਜਾਂਦਾ ਫਿਰ ਬੜਾ ਮਾਣ ਕਰਦਾ ਹੈ, ਮੈਂ ਤੇ ਬੜਾ ਸਾਫ਼ ਹਾਂ, ਮੈਂ ਤੇ ਬੜਾ ਸੋਹਣਾ, ਮੇਰੇ ਕੋਲੋਂ ਮਹਿਕ ਆਉਣੀ ਚਾਹੀਦੀ ਹੈ, ਖੁਸ਼ਬੂ ਆਉਣੀ ਚਾਹੀਦੀ ਹੈ, ਮੈਂ ਸੋਹਣਾ ਲੱਗਣਾ ਚਾਹੀਦਾ। ਪਰ ਆਪਣੇ ਵਜੂਦ ਨੂੰ ਭੁੱਲ ਗਿਆ ਕਿ ਮੇਰਾ ਸਰੀਰ ਬਣਿਆ ਕਿੱਥੇ ਹੈ। ਮਹਾਰਾਜ ਕਹਿਣ ਲੱਗੇ ਤੇਰਾ ਸਰੀਰ ਉਸ ਗੰਦੀ ਜਗ੍ਹਾ ਤੇ ਬਣਿਆ ਜਿੱਥੇ ਮਲ ਤੇ ਮੂਤਰ ਵੀ ਨਿਵਾਸ ਕਰਦਾ ਹੈ, ਉੱਥੇ ਹੀ ਤੇਰੇ ਸਰੀਰ ਨੇ ਨਿਵਾਸ ਕੀਤਾ ਹੈ। ਜਿੱਥੇ ਮਲ ਮੂਤਰ ਲੰਘਦਾ ਰਹਿੰਦਾ ਉੱਥੇ ਹੀ ਤੇਰਾ ਸਰੀਰ ਬਣਿਆ ਹੈ। ਵਸੰਦੋ ਕੋਥੜੈ ਥਾਏ, ਕੋਥੜੈ ਤੋਂ ਭਾਵ ਕੋਥਰੀ ਜਗ੍ਹਾ, ਗੰਦੀ ਜਗ੍ਹਾ, ਗੰਦਗੀ ਵਾਲੀ, ਉਸ ਜਗ੍ਹਾ ਦੇ ਉੱਪਰ ਤੇਰੇ ਸਰੀਰ ਦਾ ਵਾਸਾ ਹੋਇਆ ਹੈ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਮਹਾਰਾਜ ਕਹਿਣ ਲੱਗੇ ਉਸ ਮਾਲਕ ਨੂੰ ਕਿਉਂ ਭੁਲਾਇਆ ਬੰਦਿਆ, ਜਿਸ ਪਰਮਾਤਮਾ ਨੇ ਤੇਰੇ ਸਰੀਰ ਨੂੰ ਬਣਾਇਆ ਹੈ, ਤੈਨੂੰ ਦੁਨੀਆ ਤੇ ਲੈ ਕੇ ਆਇਆ ਹੈ, ਉਸ ਮਾਲਕ ਨੂੰ ਤੂੰ ਦੁਨੀਆ ਤੇ ਆ ਕੇ ਕਿਉਂ ਭੁੱਲਿਆ ਹੈ, ਕਿਉਂ ਉਸ ਨੂੰ ਭੁਲਾਉਣਾ ਕੀਤਾ ਹੈ। ਉਦਰ ਹੈ ਜਿਸ ਦੇ ਨਾਏ, ਦਾ ਨਾਮ ਜਪ ਕੇ ਤੂੰ ਸੰਸਾਰ ਵਿੱਚ ਉਧਰ ਕੇ ਆਇਆ, ਬਚ ਕੇ ਆਇਆ। ਤੂੰ ਬਚਿਆ ਤਾਂ ਹੈ ਕਿਉਂਕਿ ਨਾਮ ਜਪਿਆ ਹੈ। ਮਹਾਰਾਜ ਕਹਿਣ ਲੱਗੇ ਕਬੀਰ ਮਾਨਸ ਜਨਮ ਦੁਲੰਭ ਹੈ, ਇਹ ਮਨੁੱਖਾ ਜਨਮ ਬੜਾ ਦੁਰਲਭ ਹੈ, ਕਿਤੇ ਉਹ ਨਹੀਂ ਮਿਲਦਾ। ਹੋਏ ਨਾ ਬਾਰੇ ਬਾਰ, ਵਾਰ-ਵਾਰ ਨਹੀਂ। ਮਨੁੱਖ ਬਣੇ ਆ, ਮਰਾਂਗੇ ਦੁਬਾਰਾ ਫਿਰ ਮਨੁੱਖ ਬਣ ਜਾਵਾਂਗੇ, ਇਸ ਤਰ੍ਹਾਂ ਨਹੀਂ ਹੁੰਦਾ। ਦੁਬਾਰਾ ਮਨੁੱਖ ਬਣਨ ਵਾਸਤੇ ਬੜੇ ਪੁੰਨ ਦੀ ਲੋੜ ਹੈ, ਬੜੇ ਦਾਨ ਦੀ ਲੋੜ ਹੈ, ਬੜੇ ਚੰਗੇ ਕਰਮਾਂ ਦੀ ਲੋੜ ਹੈ, ਫਿਰ ਜਾ ਕੇ ਮਨੁੱਖਾ ਸਰੀਰ ਬਣਦਾ। ਸਾਨੂੰ ਮਨੁੱਖਾ ਸਰੀਰ ਮਿਲਿਆ ਨਾ, ਅਸੀਂ ਪ੍ਰਮਾਤਮਾ ਨੂੰ ਹਰ ਵੇਲੇ ਤਾਨਾ ਮਾਰਦੇ, ਮਿਹਣਾ ਮਾਰਦੇ, ਪ੍ਰਮਾਤਮਾ ਮੈਨੂੰ ਇਹ ਨਹੀਂ ਦਿੱਤਾ, ਮੈਨੂੰ ਇਹ ਨਹੀਂ ਮਿਲਿਆ। ਤੇ ਕਈ ਇੰਨੇ ਦੁਖੀ ਹੋ ਜਾਂਦੇ, ਐਸੇ ਅਮੋਲਕ ਸਰੀਰ ਨੂੰ ਖਤਮ ਕਰ ਲੈਂਦੇ, ਆਤਮ ਹੱਤਿਆ ਕਰ ਲੈਂਦੇ, ਮਿਟਾ ਦਿੰਦੇ। ਪਤਾ ਨਹੀਂ ਕਿੰਨੇ ਜਪ ਕਰਕੇ, ਤਪ ਕਰਕੇ, ਚੰਗੇ ਕਰਮ ਕਰਕੇ ਸਰੀਰ ਮਿਲਿਆ, ਉਹ ਸਰੀਰ ਨੂੰ ਝਾਟੀ ਨਾਸ ਕਰ ਲਿਆ। ਕਬੀਰ ਮਾਨਸ ਜਨਮ ਦੁਲੰਭ ਹੈ, ਇਹ ਮਨੁੱਖਾ ਜਨਮ ਬੜਾ ਹੀ ਭਾਰੀ ਦੁਰਲਭ ਹੈ। ਹੋਏ ਨਾ ਬਾਰੇ ਬਾਰ, ਇਹ ਵਾਰ-ਵਾਰ ਸਰੀਰ ਪ੍ਰਾਪਤ ਨਹੀਂ ਹੋਣਾ। ਜਿਉਂ ਬਨ ਫਲ ਪਾਕੇ ਭੋਏ ਗਿਰੇ, ਰੁੱਖ ਦੇ ਨਾਲੋਂ ਪੱਕਾ ਹੋਇਆ ਫਲ ਧਰਤੀ ਤੇ ਟੁੱਟ ਕੇ ਡਿੱਗ ਜਾਵੇ, ਬਾਹਰ ਨਾ ਲੱਗੇ ਡਾਰ, ਦੁਬਾਰਾ ਟੁੱਟਿਆ ਫਲ ਡਾਲੀ ਨਾਲ ਨਹੀਂ ਜੇ ਲੱਗਦਾ। ਇੱਕ ਵਾਰੀ ਪ੍ਰਮਾਤਮਾ ਨੇ ਮਨੁੱਖਾ ਸਰੀਰ ਦੇ ਦਿੱਤਾ, ਜੇ ਇਹ ਇੱਕ ਵਾਰੀ ਟੁੱਟ ਗਿਆ ਨਾ, ਦੂਰ ਹੋ ਗਿਆ ਸਿਮਰਨ ਭਜਨ ਤੋਂ, ਤੇ ਦੁਬਾਰਾ ਪ੍ਰਮਾਤਮਾ ਦੇ ਨਾਲ ਪਸ਼ੂ ਦੀ ਪੰਛੀ ਦੀ ਜੂਨ ਵਿੱਚ ਜਾ ਕੇ ਜੁੜਿਆ ਨਹੀਂ ਜਾਣਾ, ਪ੍ਰਮਾਤਮਾ ਪ੍ਰਾਪਤ ਨਹੀਂ ਹੋਣਾ ਹੈ। ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਚਾਰ ਪੈਰ ਦਿਨ ਦੇ ਸਾਰਾ ਦਿਨ ਤੁਰ ਫਿਰ ਕੇ ਕੰਮ ਕਾਰ ਕਰਦਿਆਂ ਬਤੀਤ ਕੀਤਾ, ਚਾਰ ਪੈਰ ਹੀ ਰਾਤ ਦੇ ਨੇ, ਰਾਤ ਸਾਰੀ ਸੌਂ ਕੇ ਬਤੀਤ ਕਰ ਲਈ। ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਦਿਨੇ ਵਰਗੀ ਰਾਤ ਗਵਾ ਲਈ, ਰਾਤ ਵਰਗਾ ਦਿਨ ਗਵਾ ਲਿਆ। ਲੇਖਾ ਰੱਬ ਮੰਗੇਸੀਆ, ਰੱਬ ਤੇਰੇ ਕੋਲੋਂ ਮੰਗੇਗਾ ਹਿਸਾਬ।
ਤੂੰ ਆਹੋ ਕਿਹੜੇ ਕੰਮ, ਤੂੰ ਕਿਹੜਾ ਕੰਮ ਦੁਨੀਆ ਤੇ ਕੀਤਾ, ਕੀ ਕੰਮ ਕਰਕੇ ਆਇਆ ਔਰ ਕੀ ਕੰਮ ਕਰਦਾ ਰਿਹਾ। ਫਿਰ ਤੇਰੇ ਕੋਲੋਂ ਕੋਈ ਜਵਾਬ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਇਸ ਕਰਕੇ ਫੱਫਾ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੈਂ ਪਾਇਆ। ਫਿਰ ਇਹ ਅਵਸਰ ਚਰੇ ਨਾ ਹੱਥਾ, ਇਹ ਅਵਸਰ ਦੁਬਾਰਾ ਤੇਰੇ ਹੱਥ ਨਹੀਂ ਹੋ ਮਿਲਣਾ। ਆਪਾਂ ਆਖਦੇ ਨਾ ਵੀ ਆਹ ਮੌਕਾ ਤੇਰੇ ਹੱਥ ਹੀ ਲਾਹਾ ਲੈਲਾ ਜੇ ਲਿਆ ਜਾਂਦਾ, ਦੁਬਾਰਾ ਜ਼ਿੰਦਗੀ 'ਚ ਮੌਕਾ ਨਹੀਂ ਮਿਲਣਾ। ਮਹਾਰਾਜ ਕਹਿਣ ਲੱਗੇ ਫਿਰ ਇਹ ਅਵਸਰ ਚਰੇ ਨਾ ਹੱਥਾ, ਇਹ ਮਨੁੱਖਾ ਜਨਮ ਦਾ ਅਵਸਰ ਵਾਰੀ ਇਹ ਦੁਬਾਰਾ ਤੇਰੇ ਹੱਥੀ ਨਹੀਂ ਹੋਣੀ, ਐਤਕੀ ਆਈ ਹੈ। ਮਹਾਰਾਜ ਕਹਿਣ ਲੱਗੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਜੇ ਪਸ਼ੂ ਦੁੱਧ ਨਹੀਂ ਦਿੰਦਾ ਕਿਸੇ ਕੰਮ ਨਹੀਂ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਖੰਭਾ ਬਿਨਾ ਪੰਛੀ ਕਿਸੇ ਕੰਮ ਦਾ ਨਹੀਂ, ਦੁੱਧ ਬਿਨਾ ਗਾਂ ਕਿਸੇ ਕੰਮ ਦੀ ਨਹੀਂ। ਤੇ ਕਹਿਣ ਲੱਗੇ ਧਰਤੀ ਫਸਲ ਤੋਂ ਬਿਨਾ ਕਿਸੇ ਕੰਮ ਦੀ ਨਹੀਂ। ਜਿਹੜੀ ਧਰਤੀ ਕਲਰ ਵਾਲੀ ਹੈ ਨਾ, ਜਿੱਥੇ ਕੁਝ ਪੈਦਾ ਨਹੀਂ ਹੁੰਦਾ, ਜਾਂ ਰੇਗਿਸਤਾਨ ਵਾਲੀ ਹੈ, ਉਹਦਾ ਕੋਈ ਮੁੱਲ ਨਹੀਂ ਹੈ, ਉਹ ਕਿਸੇ ਕੰਮ ਨਹੀਂ ਆਈ। ਕਿਆ ਸੁਲਤਾਨ ਸਲਾਮ ਵਿਹੂਣਾ, ਆਖੇ ਮੈਂ ਬਾਦਸ਼ਾਹ ਹਾਂ ਪਰ ਸਲਾਮ ਕੋਈ ਕਰੇ ਹੀ ਨਾ ਕੋਈ ਨੌਕਰ ਹੁਕਮ ਮੰਨੇ, ਨਾ ਕੋਈ ਸਿਪਾਹੀ ਬਚਨ ਮੰਨੇ, ਨਾ ਕੋਈ ਦੁਨੀਆ ਦੇ ਲੋਕ ਸਿਰ ਝੁਕਾਉਣ। ਕਿਆ ਸੁਲਤਾਨ, ਉਹ ਕਾਹਦਾ ਰਾਜਾ ਹੈ, ਸਲਾਮ ਵਿਹੂਣਾ, ਜਿਹਨੂੰ ਕੋਈ ਸਲਾਮ ਨਹੀਂ ਕਰਦਾ। ਅੰਧੀ ਕੋਠੀ ਤੇਰਾ ਨਾਮ ਨਾਹੀ, ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ। ਪਰਮਾਤਮਾ ਨੂੰ ਭੁਲਾ ਕੇ ਦੁੱਖ ਲੱਗਦੇ, ਉਹਨੂੰ ਨਾਮ ਜਪ ਕੇ ਦੁੱਖ ਦੂਰ ਹੋ ਜਾਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਕਹਿਣ ਲੱਗੇ ਉਸ ਧਨੀ ਪ੍ਰਮਾਤਮਾ ਨੂੰ ਕਦੇ ਭੁਲਾ ਨਾ, ਜਿਤ ਕਰਕੇ ਤੇਰਾ ਸਰੀਰ ਬਣਿਆ ਹੈ। ਪੌੜੀ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ। ਸਤਿਗੁਰੂ ਪਾਤਸ਼ਾਹ ਜੀ ਸ਼ਲੋਕ ਦਾ ਹੀ ਉਲੱਥਾ ਪੌੜੀ ਵਿੱਚ ਕਰਦੇ। ਸ਼ਲੋਕ ਵਿੱਚ ਸੀਮਤ ਸ਼ਬਦ ਨੇ, ਪੌੜੀ ਵਿੱਚ ਥੋੜੇ ਸ਼ਬਦ ਵਧਾ ਕੇ ਉਸ ਨੂੰ ਥੋੜਾ ਜਿਹਾ ਹੋਰ ਵਿਸਥਾਰ ਨਾਲ ਦੱਸਿਆ ਤਾਂ ਕਿ ਚੰਗੀ ਤਰ੍ਹਾਂ ਸਮਝ ਪੈ ਜਾਵੇ। ਰਕਤ ਬਿੰਦ ਕਰ ਨਿਮਿਆ, ਉਸ ਪ੍ਰਮਾਤਮਾ ਨੇ ਮਾਤਾ ਦੀ ਰਕਤ ਤੋਂ, ਪਿਤਾ ਦੇ ਬਿੰਦ ਤੋਂ ਤੇਰੇ ਸਰੀਰ ਨੂੰ ਨਿਮਿਆ ਕਹੀਏ ਬਣਾਇਆ ਹੈ। ਰਕਤ ਬਿੰਦ, ਰਕਤ ਤੋਂ ਤੇ ਬਿੰਦ ਤੋਂ ਨਿਮਿਆ ਤੇਰਾ ਸਰੀਰ ਬਣਿਆ ਹੈ। ਬਣਿਆ ਕਿਵੇਂ ਹੈ? ਤੇ ਪਾਤਸ਼ਾਹ ਕਹਿਣ ਲੱਗੇ ਅਗਨ ਉਦਰ ਮਝਾਰ, ਜਿਹੜੀ ਉਦਰ ਦੇ ਵਿੱਚ, ਪੇਟ ਦੇ ਵਿੱਚ ਜਠਰਾ ਅਗਨੀ ਹੈ ਨਾ, ਉੱਥੇ ਇਹ ਤੇਰਾ ਸਰੀਰ ਬਣਿਆ ਹੈ। ਜਠਰਾ ਅਗਨੀ ਗਰਭ ਦੇ ਵਿੱਚ ਬਣਿਆ ਸਰੀਰ, ਪਰ ਬਣਿਆ ਹੈ ਰਕਤ ਤੋਂ, ਬਣਿਆ ਹੈ ਮਿੱਝ ਤੋਂ, ਬਣਿਆ ਹੈ ਬਿੰਦ ਤੋਂ। ਇਸ ਤਰ੍ਹਾਂ ਤੇਰਾ ਸਰੀਰ ਬਣਿਆ ਹੈ। ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਸਤਿਗੁਰੂ ਬਖਸ਼ਿਸ਼ ਕਰਦੇ ਦੁਬਾਰਾ ਫਿਰ ਉਹੀ ਬਚਨ ਆ ਗਏ ਨੇ। ਕਹਿਣ ਲੱਗੇ ਉਰਦ ਮੁਖ, ਤੇਰਾ ਸਰੀਰ ਘੁੰਮਦਾ ਰਹਿੰਦਾ ਗਰਭ ਦੇ ਅੰਦਰ, ਅਤੇ ਬਹੁਤਾ ਸਮਾਂ ਤੇਰਾ ਸਰੀਰ ਦਾ ਹਿੱਸਾ ਜਿਹੜਾ ਮੂੰਹ ਥੱਲੇ ਰਹਿੰਦਾ, ਪੈਰ ਉੱਪਰ ਰਹਿੰਦੇ। ਜਦੋਂ ਜਨਮ ਹੁੰਦਾ ਉਦੋਂ ਵੀ ਇਸੇ ਤਰ੍ਹਾਂ ਸਰੀਰ ਉਲਟਾ ਹੀ ਲਟਕਿਆ ਹੋਇਆ। ਮਹਾਰਾਜ ਕਹਿਣ ਲੱਗੇ ਉਰਦ ਮੁਖ, ਮੂੰਹ ਥੱਲੇ ਨੂੰ ਹੈ, ਪੈਰ ਉੱਪਰ ਨੂੰ ਹੈ। ਕੁਚੀਲ, ਕੁਚੀਲ ਤੋਂ ਭਾਵ ਹੁੰਦਾ ਹੈ ਬਹੁਤ ਭਾਰੀ ਅਪਵਿੱਤਰ ਜਗ੍ਹਾ, ਜਿਸ ਨੂੰ ਪਵਿੱਤਰ ਨਹੀਂ ਕਿਹਾ ਜਾਂਦਾ, ਅਪਵਿੱਤਰ ਕਿਹਾ ਜਾਂਦਾ, ਗੰਦੀ ਜਗ੍ਹਾ ਜਿੱਥੇ ਮਲ ਮੂਤਰ ਨਿਵਾਸ ਕਰਦਾ। ਬਿਕਲ, ਬਿਕਲ ਤੋਂ ਭਾਵ ਹੁੰਦਾ ਡਰਾਉਣੀ ਜਗ੍ਹਾ, ਜਿੱਥੇ ਬੜਾ ਡਰ ਆਵੇ। ਐਸੀ ਜਗ੍ਹਾ ਤੇ ਤੇਰਾ ਸਰੀਰ ਬਣਿਆ ਜਿੱਥੇ ਡਰ ਵੀ ਆਉਂਦਾ ਹੈ। ਤੇ ਮਹਾਰਾਜ ਨੇ ਅੱਗੇ ਬਚਨ ਲਿਖਿਆ ਨਰਕ ਘੋਰ ਗੁਬਾਰ, ਘੁੱਪ ਹਨੇਰਾ ਹੈ। ਐਸੇ ਨਰਕ ਵਿੱਚ ਤੇਰਾ ਸਰੀਰ ਬਣਿਆ ਜਿੱਥੇ ਰੌਸ਼ਨੀ ਕੋਈ ਨਹੀਂ ਹੈ, ਜਿੱਥੇ ਚਾਨਣ ਕੋਈ ਨਹੀਂ ਹੈ। ਨਰਕ ਘੋਰ ਗੁਬਾਰ, ਗੁਬਾਰ ਤੋਂ ਭਾਵ ਹੁੰਦਾ ਹਨੇਰਾ, ਘੁੱਪ ਹਨੇਰਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਗਾੜਾ ਹਨੇਰਾ। ਐਸੇ ਗਾੜੇ ਹਨੇਰੇ ਵਿੱਚ ਇਹ ਤੇਰਾ ਮਨੁੱਖਾ ਸਰੀਰ ਪਰਮਾਤਮਾ ਨੇ ਬਣਾਇਆ ਹੈ, ਜਿਸ ਨੂੰ ਆਪਾਂ ਨਰਕ ਕਹਿ ਸਕਦੇ ਹਾਂ। ਐਸੇ ਨਰਕ ਵਿੱਚ ਇਹ ਸਰੀਰ ਬਣਿਆ ਹੈ। ਹਰ ਸਿਮਰਤ ਤੂੰ ਨਾ ਜਲੈ। ਮਹਾਰਾਜ ਕਹਿਣ ਲੱਗੇ ਤੂੰ ਉੱਥੇ ਹਰੀ ਦਾ ਸਿਮਰਨ ਕੀਤਾ ਹੈ।
ਉਥੇ ਪਰਮਾਤਮਾ ਨੇ ਤੈਨੂੰ ਮੱਤ ਦਿੱਤੀ ਹੈ, ਤੈਨੂੰ ਗਿਆਨ ਦਿੱਤਾ ਹੈ ਕਿ ਤੂੰ ਸਿਮਰਨ ਕੀਤਾ ਹੈ। ਕਈ ਵਾਰੀ ਵਿਚਾਰ ਇਹ ਆ ਜਾਂਦਾ, ਸਵਾਲ ਕਰਨ ਵਾਲਾ ਕਰ ਦਿੰਦਾ ਵੀ ਬੱਚੇ ਨੂੰ ਕਿਵੇਂ ਪਤਾ ਵੀ ਮੈਂ ਸਿਮਰਨ ਕਰਨਾ ਜਾਂ ਕਾਹਦਾ ਸਿਮਰਨ ਕਰਨਾ। ਗੁਰਮੁਖੋ, ਜਦੋਂ ਪਸ਼ੂ ਪੰਛੀ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਨਾ, ਪਸ਼ੂ ਆਪਣੇ ਬੱਚਿਆਂ ਨੂੰ ਜਨਮ ਦਿੰਦੇ, ਬੱਚੇ ਕੱਟੇ ਪੈਦਾ ਹੁੰਦੇ, ਉਸ ਜਨਮ ਲਏ ਹੋਏ ਬੱਚੇ ਨੂੰ ਪ੍ਰਮਾਤਮਾ ਇਹ ਸੋਝੀ ਦਿੰਦਾ ਵੀ ਥਣ ਕਿੱਥੇ ਨੇ ਦੁੱਧ ਵਾਲੇ। ਉਹ ਬੱਚਾ ਕਦੇ ਲੱਤਾਂ ਦੇ ਕੋਲ ਜਾਂਦਾ, ਕਦੇ ਧੌਣ ਦੇ ਕੋਲ ਜਾਂਦਾ, ਹੌਲੀ ਹੌਲੀ ਕਰਕੇ ਉਹ ਥਣਾਂ ਦੇ ਕੋਲ ਆ ਜਾਂਦਾ, ਥਣ ਮੂੰਹ ਵਿੱਚ ਪਾਉਂਦਾ ਤੇ ਉਹਨੂੰ ਦੁੱਧ ਮਿਲਦਾ। ਉਹਨੂੰ ਕਿਹਨੇ ਦੱਸਿਆ ਵੀ ਥਣ ਕਿੱਥੇ ਨੇ ਔਰ ਦੁੱਧ ਕਿੱਥੋਂ ਮਿਲੇਗਾ? ਇਹ ਗਿਆਨ ਕਿਹਨੇ ਦਿੱਤਾ? ਪ੍ਰਮਾਤਮਾ ਨੇ ਦਿੱਤਾ। ਜੰਗਲਾਂ ਵਿੱਚ ਕਿੰਨੇ ਜੀਵ ਰਹਿੰਦੇ, ਕਿੰਨੇ ਪਸ਼ੂ ਨੇ, ਕਿੰਨੇ ਪਸ਼ੂ ਰੋਜ਼ ਬੱਚਿਆਂ ਨੂੰ ਜਨਮ ਦਿੰਦੇ, ਉਹਨਾਂ ਬੱਚਿਆਂ ਨੂੰ ਜਾ ਕੇ ਕੌਣ ਦੱਸਦਾ? ਅਸੀਂ ਤੇ ਘਰ ਵਿੱਚ ਪਾਲਤੂ ਜਾਨਵਰ ਰੱਖੇ ਨੇ, ਹੋ ਸਕਦਾ ਥਣ ਫੜ ਕੇ ਮੂੰਹ ਵਿੱਚ ਪਾ ਵੀ ਦੇਵਾਂਗੇ, ਬੱਚੇ ਕੱਟੇ ਨੂੰ ਖਿੱਚ ਕੇ ਲੈ ਵੀ ਆਵਾਂਗੇ ਥਣਾਂ ਦੇ ਕੋਲ, ਪਰ ਜਿਹੜੇ ਜੰਗਲਾਂ ਵਿੱਚ ਪੈਦਾ ਹੁੰਦੇ ਪਏ ਉਹਨਾਂ ਨੂੰ ਕੌਣ ਖਿੱਚਦਾ? ਉਹਨਾਂ ਦੇ ਮੂੰਹ ਵਿੱਚ ਕੌਣ ਥਣ ਪਾਉਂਦਾ? ਪਰਮਾਤਮਾ ਗਿਆਨ ਦਿੰਦਾ ਹੈ, ਪਰਮਾਤਮਾ ਸੋਝੀ ਦਿੰਦਾ, ਇੱਥੋਂ ਤੈਨੂੰ ਖੁਰਾਕ ਮਿਲੇਗੀ। ਇਸੇ ਤਰ੍ਹਾਂ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ, ਉੱਥੇ ਪਰਮਾਤਮਾ ਗਿਆਨ ਦਿੰਦਾ, ਸੋਝੀ ਦਿੰਦਾ ਹੈ। ਨਾਮ ਜਪੇਗਾ ਤਾਂ ਤੇਰਾ ਇੱਥੇ ਛੁਟਕਾਰਾ ਹੋਣਾ। ਉਹ ਪਰਮਾਤਮਾ ਕਿਰਪਾ ਕਰਦਾ ਹੈ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਐਡਾ ਵੱਡਾ ਹੈ, ਹਰ ਸਿਮਰਤ ਤੂੰ ਨਾ ਜਲਹਿ। ਉੱਥੇ ਤੂੰ ਸਿਮਰਨ ਕੀਤਾ ਤਾਂ ਤੂੰ ਜਲਿਆ ਨਹੀਂ ਹੈ। ਮਨ ਤਨ ਔਰ ਧਾਰ, ਮਨ ਦੇ ਵਿੱਚ ਤੇ ਤਨ ਦੇ ਵਿੱਚ ਤੂੰ ਉਸ ਪਰਮਾਤਮਾ ਨੂੰ ਹੁਣ ਵੀ ਧਾਰਨ ਕਰਕੇ ਰੱਖ, ਹੁਣ ਵੀ ਕਦੇ ਨਾ ਭੁਲਾ। ਜਿਹਨੂੰ ਤੂੰ ਜਨਮ ਤੋਂ ਪਹਿਲਾਂ ਨਹੀਂ ਭੁਲਾਇਆ, ਉਹਨੂੰ ਜਨਮ ਲੈ ਕੇ ਨਾ ਭੁਲਾ। ਮਨ ਵਿੱਚ ਵੀ ਯਾਦ ਰੱਖ, ਤਨ ਵਿੱਚ ਵੀ ਯਾਦ ਰੱਖਣਾ ਕਰ। ਬਿਖਮ ਥਾਨੋ ਜਿਨ ਰੱਖਿਆ, ਇਸ ਪ੍ਰਮਾਤਮਾ ਨੇ ਤੈਨੂੰ ਬਿਖਮ ਥਾਨ ਤੋਂ, ਬਿਖਮ ਤੋਂ ਭਾਵ ਹੁੰਦਾ ਔਖਾ, ਜਿੱਥੇ ਕੋਈ ਨਾ ਬਚਾ ਸਕੇ। ਆਪਾਂ ਬਚਨ ਪੜ੍ਹਦੇ ਆ ਨਾ ਮਹਾਰਾਜ ਸਾਹਿਬ ਜੀਆਂ ਦਾ, ਕਹਿਣ ਲੱਗੇ ਤਿੱਥੈ ਤੂੰ ਸਮਰੱਥ ਉੱਥੇ ਜਿੱਥੈ ਕੋਈ ਨਾ ਹੈ। ਜਿੱਥੇ ਕਿਸੇ ਦੀ ਪਹੁੰਚ ਨਾ ਹੋਵੇ। ਡਾਕਟਰ ਵੀ ਇਹ ਗੱਲ ਕਹਿੰਦਾ ਵੀ ਮੈਂ ਨਹੀਂ ਕੁਝ ਕਰ ਸਕਦਾ, ਵੈਦ ਹਕੀਮ ਵੀ ਇਹ ਗੱਲ ਕਹਿੰਦਾ ਵੀ ਮੈਂ ਨਹੀਂ ਬਚਾ ਸਕਦਾ। ਜਿਸ ਮਾਂ ਦੇ ਪੇਟ ਦੇ ਵਿੱਚ ਬੱਚਾ ਬਾਲਕ ਹੈ, ਉਹ ਮਾਂ ਵੀ ਬੱਚੇ ਨੂੰ ਨਹੀਂ ਬਚਾ ਸਕਦੀ ਹੈ। ਬੱਚਾ ਜਦੋਂ ਜਨਮ ਲੈਂਦਾ ਨਾ, ਨਿੱਕੀ ਮੋਟੀ ਕਿਤੇ ਸੱਟ ਲੱਗ ਜਾਵੇ, ਮਾਂ ਭੱਜ ਕੇ ਗੱਲ ਨਾਲ ਲਾਉਂਦੀ, ਉਹਨੂੰ ਚੁੰਮਦੀ ਹੈ, ਚੱਟਦੀ ਹੈ, ਉਹਦੇ ਦੁੱਖ ਨੂੰ ਦੂਰ ਕਰਦੀ ਹੈ। ਪਰ ਉਹੀ ਬੱਚਾ ਜਦੋਂ ਪੇਟ ਦੇ ਵਿੱਚ ਹੁੰਦਾ, ਰੱਬ ਨਾ ਕਰੇ ਕਿ ਉਹ ਬੱਚਾ ਪੇਟ ਦੇ ਵਿੱਚ ਮਰ ਜਾਵੇ, ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ, ਉਹ ਆਪਣੇ ਪੇਟ ਦੇ ਵਿੱਚ ਵੀ ਆਪਣੇ ਬੱਚੇ ਨੂੰ ਬਚਾ ਨਹੀਂ ਸਕਦੀ। ਨਾ ਕੋਈ ਡਾਕਟਰ ਬਚਾ ਸਕਦਾ, ਨਾ ਕੋਈ ਵੈਦ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ। ਜਿੱਥੇ ਕਿਸੇ ਦੀ ਪਹੁੰਚ ਨਹੀਂ ਪ੍ਰਮਾਤਮਾ, ਤੂੰ ਉੱਥੇ ਹੈ। ਹਿੰਦੁਸਤਾਨ ਦਾ ਬਾਦਸ਼ਾਹ ਹੈ ਔਰੰਗਜ਼ੇਬ। ਔਰੰਗਜ਼ੇਬ ਦੀ ਬੇਗਮ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਣ ਵਾਲਾ। ਬੱਚਾ ਪੈਦਾ ਹੋਣ ਵਾਲੇ ਸਮੇਂ ਵਿੱਚ ਐਸੀ ਦਰਦ ਸ਼ੁਰੂ ਹੋਈ ਹੈ, ਐਸੀ ਪੀੜ ਸ਼ੁਰੂ ਹੋਈ ਹੈ ਕਿ ਰਾਜੇ ਦੀ ਬੇਗਮ ਬੱਚੇ ਨੂੰ ਜਨਮ ਨਹੀਂ ਦੇ ਪਾ ਰਹੀ। ਰੋਂਦੀ ਹੈ, ਚੀਕਦੀ ਹੈ, ਕਰਲਾਉਂਦੀ ਹੈ। ਔਰੰਗਜ਼ੇਬ ਬਾਦਸ਼ਾਹ ਨੇ ਬੜੇ ਬੜੇ ਉਸ ਵੇਲੇ ਵੈਦ ਬੁਲਾਏ। ਹੁਣ ਵੱਡਾ ਬਾਦਸ਼ਾਹ, ਵੈਦ ਵੀ ਬੜੇ ਸਿਆਣੇ ਹੋਣਗੇ। ਬੜੇ ਬੜੇ ਵੈਦ ਆਏ, ਉਹਨਾਂ ਨੇ ਨਬਜ਼ਾਂ ਵੇਖੀਆਂ, ਦਵਾਈਆਂ ਬੂਟੀਆਂ ਕੀਤੀਆਂ, ਆਪਣੇ ਵੱਲੋਂ ਜੋ ਕਰ ਸਕਦੇ ਸਨ ਉਪਚਾਰ ਕੀਤਾ। ਪਰ ਉਹਨਾਂ ਦੀਆਂ ਦਵਾਈਆਂ ਪੇਟ ਦੇ ਵਿੱਚ ਕੁਝ ਵੀ ਫਰਕ ਨਾ ਪਿਆ ਔਰ ਬੱਚੇ ਦਾ ਜਨਮ ਨਾ ਕਰਵਾ ਸਕੇ। ਬੜੀਆਂ ਬੜੀਆਂ ਦਾਈਆਂ ਸੱਦੀਆਂ ਗਈਆਂ, ਮਿਲਣ ਵਾਲੀਆਂ, ਮਾਲਸ਼ ਕਰਨ ਵਾਲੀਆਂ। ਕੋਈ ਪੈਰਾਂ ਨੂੰ ਮਲਦੀ ਹੈ, ਕੋਈ ਪੇਟ ਨੂੰ ਮਲਦੀ ਪਈ ਹੈ। ਕੋਸ਼ਿਸ਼ ਕਰ ਰਹੀਆਂ ਬੱਚੇ ਦਾ ਜਨਮ ਹੋਵੇ, ਪੀੜ ਤੋਂ ਛੁਟਕਾਰਾ ਮਿਲੇ, ਪਰ ਨਹੀਂ। ਉਹ ਦਾਈਆਂ ਵੀ ਆਪਣੀ ਹਿੰਮਤ ਜ਼ੋਰ ਲਾ ਕੇ, ਆਪਣੀ ਸਿਆਣਪ, ਆਪਣਾ ਤਜਰਬਾ ਲਾ ਕੇ ਹਟ ਗਈਆਂ। ਨਹੀਂ, ਸਾਡੇ ਵੱਸ ਦੀ ਗੱਲ ਨਹੀਂ ਹੈ। ਕਿਸੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ ਕਿਸੇ ਭੂਤ ਪ੍ਰੇਤ ਦਾ ਕੋਈ ਚੱਕਰ ਹੋ ਸਕਦਾ ਹੈ, ਕੋਈ ਗੈਬੀ ਸ਼ਕਤੀ ਹੋ ਸਕਦਾ ਵੀ ਕੋਈ ਰੁਕਾਵਟ ਪਾਉਂਦੀ ਹੋਵੇ। ਉਸੇ ਵੇਲੇ ਬੜੇ ਬੜੇ ਤਾਂਤਰਿਕ ਸੱਦੇ ਗਏ, ਮੰਤਰ ਪੜ੍ਹਨ ਵਾਲੇ, ਜਿਨ੍ਹਾਂ ਨੇ ਕਾਲੇ ਇਲਮ ਸਿੱਧ ਕੀਤੇ ਹੋਏ, ਜਿਨ੍ਹਾਂ ਨੇ ਕਈ ਭੂਤ ਪ੍ਰੇਤ ਵਸ ਕੀਤੇ ਹੋਏ। ਔਰੰਗਜ਼ੇਬ ਨੇ ਉਹ ਬੁਲਾ ਲਿਆ, ਉਹਨਾਂ ਨੂੰ ਆਖਿਆ ਵੀ ਜੋ ਕਹੋਗੇ ਨਾ,
ਜਿੰਨੀ ਮਾਇਆ ਚਾਹੀਦੀ ਹੈ, ਜਿੰਨਾ ਧਨ ਚਾਹੀਦਾ ਮੈਂ ਦੇਵਾਂਗਾ। ਇਹੋ ਜਿਹਾ ਮੰਤਰ ਪੜ੍ਹੋ। ਜੇ ਕਿਸੇ ਚੀਜ਼ ਦਾ ਕੋਈ ਪ੍ਰਭਾਵ ਹੈ ਉਹਨੂੰ ਦੂਰ ਕਰ ਦਿਓ। ਤੇ ਮੰਤਰ ਪੜ੍ਹੋ, ਕੁਰਾਨ ਨੂੰ ਪੜ੍ਹੋ, ਕੁਰਾਨ ਦੀਆਂ ਆਇਤਾਂ ਪੜ੍ਹੋ। ਬੱਚੇ ਦਾ ਜਨਮ ਹੋਣਾ ਚਾਹੀਦਾ। ਬੜੇ ਬੜੇ ਤਾਂਤਰਿਕ ਮੁੱਲਾ ਕਾਜੀ ਪੜ੍ਹਨ ਲੱਗ ਪਿਆ। ਕੋਈ ਮੰਤਰ ਪੜ੍ਹਦਾ, ਕੋਈ ਕੁਰਾਨ ਦੀ ਆਇਤ ਪੜ੍ਹਦਾ। ਜਿੰਨੇ ਧਾਰਮਿਕ ਰਿਵਾਜ ਸਨ ਸਾਰੇ ਕੀਤੇ ਗਏ। ਜਿੰਨੀਆਂ ਬਲੀਆਂ ਦੇਣੀਆਂ ਦਿੱਤੀਆਂ ਗਈਆਂ, ਜਾਨਵਰਾਂ ਦੀਆਂ ਬਲੀਆਂ ਦੇ ਦੇ ਕੇ ਮੰਤਰ ਪੜ੍ਹੇ, ਸਾਰਿਆਂ ਨੇ ਜ਼ੋਰ ਲਾਇਆ, ਪਰ ਬੇਗਮ ਨੂੰ ਬੱਚੇ ਦਾ ਜਨਮ ਨਹੀਂ ਕਰਵਾ ਸਕੇ। ਨਾ ਤਾਂਤਰਿਕਾਂ ਦਾ ਜ਼ੋਰ ਚੱਲਿਆ, ਨਾ ਮੌਲਵੀ ਕਾਜ਼ੀਆਂ ਦਾ ਜ਼ੋਰ ਚੱਲਿਆ, ਨਾ ਵੈਦ ਹਕੀਮ ਦਾ ਕੋਈ ਵਸ ਚੱਲਿਆ, ਤੇ ਨਾ ਹੀ ਕਿਸੇ ਦਾਈ ਮਾਈ ਦਾ ਵਸ ਚੱਲਿਆ। ਮਹਿਲ ਦੇ ਵਿੱਚੋਂ ਖਬਰ ਆਉਂਦੀ ਹੈ ਬਾਦਸ਼ਾਹ ਔਰੰਗਜ਼ੇਬ ਬੇਗਮ ਤੇ ਮਰ ਜਾਏਗੀ। ਐਸਾ ਦੁੱਖ ਹੋਰ ਨਹੀਂ ਸਿਆ ਜਾਣਾ। ਜਦੋਂ ਔਰੰਗਜ਼ੇਬ ਦੇ ਕੋਲ ਸੁਨੇਹਾ ਪਹੁੰਚਿਆ, ਬੜਾ ਦੁਖੀ ਹੋਇਆ। ਕਹਿਣ ਲੱਗਾ ਮੈਂ ਕੀ ਕਰਾਂ, ਐਡਾ ਵੱਡਾ ਬਾਦਸ਼ਾਹ, ਇੰਨੀ ਫੌਜ ਮੇਰੇ ਕੋਲ, ਦਵਾਈਆਂ ਬੂਟੀਆਂ, ਵੈਦ ਹਕੀਮ, ਜੰਤਰ ਮੰਤਰ ਕਰਨ ਵਾਲੇ, ਤਾਕਤਾਂ ਤੇ ਸਾਰੀਆਂ ਹੀ ਕੋਲ ਨੇ, ਪਰ ਬੱਚੇ ਦਾ ਜਨਮ ਹੋਵੇ ਕਿਵੇਂ? ਮੈਂ ਤੇ ਹੁਣ ਕੁਝ ਨਹੀਂ ਕਰ ਸਕਦਾ, ਆਪਣੇ ਹੱਥ ਖੜੇ ਕਰ ਲੈ। ਹਿੰਦੁਸਤਾਨ ਦਾ ਬਾਦਸ਼ਾਹ, ਆਪਾਂ ਆਮ ਬੰਦੇ ਦੀ ਗੱਲ ਨਹੀਂ ਕਰਦੇ। ਫਿਰ ਕਿਸੇ ਨੇ ਜਾ ਕੇ ਦੱਸਿਆ, ਕਹਿਣ ਲੱਗੇ ਔਰੰਗਜ਼ੇਬ, ਗੁਰੂ ਹਰ ਰਾਏ ਮਹਾਰਾਜ ਜੀਆਂ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਆਏ ਨੇ, ਤੂੰ ਉਹਨਾਂ ਨੂੰ ਬੇਨਤੀ ਕਰ, ਕਿਉਂਕਿ ਉਹ ਬੜੇ ਕਰਾਮਾਤੀ ਨੇ। ਬਾਦਸ਼ਾਹ ਔਰੰਗਜ਼ੇਬ ਛੇਤੀ ਨਾਲ ਭੱਜਿਆ ਜਿੱਥੇ ਬਾਬਾ ਰਾਮ ਰਾਏ ਬੈਠੇ, ਜਾ ਕੇ ਬੇਨਤੀ ਕੀਤੀ। ਕਹਿਣ ਲੱਗਾ ਜੀ ਬੇਗਮ ਵੀ ਮਰ ਜਾਏਗੀ, ਬੱਚਾ ਵੀ ਮਰ ਜਾਏਗਾ। ਗੁਰੂ ਨਾਨਕ ਦਾ ਘਰ ਬੜਾ ਕਰਾਮਾਤੀ ਹੈ, ਬੜੀਆਂ ਬਖਸ਼ਿਸ਼ਾਂ ਰਹਿਮਤਾਂ ਇੱਥੋਂ ਮਿਲਦੀਆਂ ਨੇ। ਕਿਰਪਾ ਕਰੋ, ਕੋਈ ਇਹੋ ਜਿਹਾ ਮੰਤਰ ਪੜ੍ਹੋ, ਕੋਈ ਇਹੋ ਜਿਹੀ ਅਰਦਾਸ ਕਰੋ, ਬੇਗਮ ਬਚ ਜਾਵੇ, ਬੱਚੇ ਦਾ ਜਨਮ ਹੋ ਜਾਵੇ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਔਰੰਗਜ਼ੇਬ, ਤੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਘਰ ਦੀ ਸ਼ਰਨ ਵਿੱਚ ਆਇਆ। ਸਾਡੇ ਕੋਲ ਤੇ ਸਭ ਤੋਂ ਵੱਡੀ ਦਾਤ ਜਿਹੜੀ ਹੈ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਹੈ। ਜਿਹੜੀ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰਚੀ ਹੈ, ਜਿਸ ਦਾ ਨਾਮ ਹੈ ਜਪਜੀ ਸਾਹਿਬ ਦੀ ਬਾਣੀ। ਮੈਂ ਤੇ ਇਹ ਬਾਣੀ ਪੜ੍ਹ ਸਕਦਾ। ਔਰੰਗਜ਼ੇਬ ਕਹਿਣ ਲੱਗਾ ਵੀ ਜਿਵੇਂ ਮਰਜ਼ੀ ਕਰੋ। ਇਤਿਹਾਸ ਇਹ ਗੱਲ ਕਹਿੰਦਾ ਵੀ ਬਾਬਾ ਰਾਮ ਰਾਏ ਨੇ ਪਾਣੀ ਦਾ ਗੜਵਾ ਆਪਣੇ ਕੋਲ ਰੱਖ ਕੇ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਧਿਆਨ ਧਾਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਮਗਰੋਂ ਅਰਦਾਸ ਕੀਤੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਇਹ ਫਰਿਆਦੀ ਤੁਹਾਡੇ ਦਰ ਤੇ ਫਰਿਆਦ ਲੈ ਕੇ ਆਇਆ ਹੈ। ਤੁਹਾਡੀ ਬਾਣੀ ਵਿੱਚ, ਬਾਣੀ ਗੁਰੂ ਹੈ, ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਰੂਪ ਹੈ। ਆਪ ਜੀ ਐਸੀ ਕਿਰਪਾ ਕਰੋ, ਇਹਦੀ ਲਾਜ ਰਹਿ ਜਾਵੇ, ਬੱਚੇ ਦਾ ਜਨਮ ਹੋਵੇ ਤੇ ਬੇਗਮ ਬਚ ਜਾਵੇ। ਅਰਦਾਸ ਕੀਤੀ ਨਾ, ਅਰਦਾਸ ਕਰਕੇ ਉਹ ਪਾਣੀ ਦਾ ਗੜਵਾ ਔਰੰਗਜ਼ੇਬ ਨੂੰ ਦਿੱਤਾ। ਕਹਿਣ ਲੱਗੇ ਜਾ ਕੇ ਬੇਗਮ ਦੇ ਮੂੰਹ ਦੇ ਵਿੱਚ 2-4 ਬੂੰਦਾਂ ਪਾਣੀ ਦੀਆਂ ਪਾ, ਜਲਦੀਆਂ ਪਾ, ਜੇ ਗੁਰੂ ਨਾਨਕ ਦੇਵ ਨੂੰ ਭਾਇਆ ਤੇ ਭਲਾ ਹੋ ਜਾਏਗਾ। ਛੇਤੀ ਨਾਲ ਉਹ ਜਲ ਲੈ ਕੇ ਮਹਿਲਾਂ ਵਿੱਚ ਪਹੁੰਚਿਆ। ਦਾਸੀਆਂ ਨੂੰ, ਨੌਕਰਾਣੀਆਂ ਨੂੰ ਆਖਦਾ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਨਾਮ ਲੈ ਕੇ ਇਹ ਜਲ ਮੂੰਹ ਦੇ ਵਿੱਚ ਪਾਓ। ਇਸੇ ਤਰ੍ਹਾਂ ਹੀ ਗੁਰਮੁਖੋਂ ਕੀਤਾ ਗਿਆ। ਪਾਣੀ ਦਾ ਚਮਚਾ ਭਰ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਯਾਦ ਕਰਕੇ ਉਹ ਪਾਣੀ ਦਾ ਚਮਚਾ ਜਦੋਂ ਮੂੰਹ ਵਿੱਚ ਪਾਇਆ ਨਾ, ਤੇ ਨਾਲ ਹੀ ਸਾਰਿਆਂ ਨੇ ਫਰਿਆਦ ਕੀਤੀ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰੋ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਐਸੀ ਤਾਕਤ ਵਰਤਾਈ ਉਸ ਵੇਲੇ ਵੀ ਬੱਚੇ ਦਾ ਜਨਮ ਹੋ ਗਿਆ। ਬੇਗਮ ਦੀ ਜਾਨ ਬਚ ਗਈ। ਉਹ ਬੱਚਾ ਵੱਡਾ ਹੋ ਕੇ ਨਾ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਨਾਮ ਰੱਖਿਆ ਬਹਾਦਰ ਸ਼ਾਹ। ਜਿਹੜਾ ਬਹਾਦਰ ਸ਼ਾਹ ਪੈਦਾ ਹੋਇਆ ਸੀ, ਬਾਬਾ ਰਾਮ ਰਾਏ ਦੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਤਾਂ ਉਹ ਪੈਦਾ ਹੋਇਆ। ਔਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਦੀ ਐਸੀ ਤਾਕਤ ਬਣੀ ਕਿ ਇਹ ਬਹਾਦਰ ਸ਼ਾਹ ਬਾਦਸ਼ਾਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਇਆ। ਮਹਾਰਾਜ, ਮੇਰੀ ਤਾਜਪੋਸ਼ੀ ਤੁਹਾਡੇ ਹੱਥੋਂ ਹੋਣੀ ਚਾਹੀਦੀ ਹੈ, ਮੇਰੇ ਸਿਰ ਤੇ ਤਾਜ ਤੁਸੀਂ ਰੱਖੋ। ਜਦੋਂ ਮਹਾਰਾਜ ਹਜ਼ੂਰ ਸਾਹਿਬ ਨੂੰ ਗਏ, ਨਾਲ ਹੀ ਗਿਆ ਮਹਾਰਾਜ, ਮੈਂ ਵੀ ਉੱਥੇ ਹੀ ਨਾਲ ਜਾਣਾ ਤੁਹਾਡੇ। ਤੇ ਜਿਹੜੀ ਹਜ਼ੂਰ ਸਾਹਿਬ ਦੀ ਧਰਤੀ ਹੈ ਨਾ, ਜਿੱਥੇ ਆਪਾਂ ਮੱਥਾ ਟੇਕਦੇ ਹਾਂ, ਇਹ ਸਾਰੀ ਜ਼ਮੀਨ ਫਿਰ ਬਾਦਸ਼ਾਹ
ਬਹਾਦਰ ਸ਼ਾਹ ਨੇ ਗੁਰੂ ਘਰ ਦੇ ਨਾਮ ਲਾਈ। ਮਹਾਰਾਜ ਇਹ ਤੁਹਾਡੀ ਧਰਤੀ ਹੈ, ਇਹਨੂੰ ਤੁਸੀਂ ਆਪ ਜੀ ਇਸ ਨੂੰ ਮਾਣੋ। ਸੋ ਐਸੀਆਂ ਦਾਤਾਂ ਮਹਾਰਾਜ ਕਹਿਣ ਲੱਗੇ, ਗੁਰਮੁਖਾ ਬਚਨ ਇਹ ਹੈ ਜਿੱਥੇ ਸਾਰਿਆਂ ਦਾ ਵਸ ਨਹੀਂ ਨਾ ਚੱਲਦਾ। ਆਮ ਬੰਦੇ ਦੀ ਕੀ ਗੱਲ, ਜਿੱਥੇ ਉਹ ਰੰਗਜੇਬ ਵਰਗਿਆਂ ਦੇ ਹੱਥ ਖੜੇ ਹੋ ਗਏ, ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੇ ਤੇਰੀ ਰੱਖ ਅਗਨੀ ਉਦਰ ਮਾਹੇ। ਉਥੇ ਗੁਰੂ ਨਾਨਕ ਦੀ ਬਾਣੀ ਤੇਰੀ ਰੱਖਿਆ ਕਰਦੀ ਹੈ। ਬਿਕਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਉਸ ਪ੍ਰਮਾਤਮਾ ਨੂੰ ਥੋੜਾ ਸਮਾਂ ਵੀ ਕਦੇ ਭੁਲਾਇਆ ਨਾ ਕਰ। ਮੈਂ ਤੇ ਹਾਲੇ ਹੀ ਪੁੱਛਦਾ ਵੀ ਪਾਠ ਕਦੋਂ ਕਰਾਂ, ਅਸੀਂ ਤੇ ਪੁੱਛਦੇ ਹਾਂ ਵੀ ਕਦੋਂ ਕਰਾਂ, ਪਰ ਮਹਾਰਾਜ ਕਿਤੇ ਵਿਸਾਰ ਹੀ ਨਾ, ਕਦੇ ਭੁਲਾ ਹੀ ਨਾ, ਹਰ ਵੇਲੇ ਉਸ ਨੂੰ ਜਪਿਆ ਕਰ। ਪ੍ਰਭ ਸਿਮਰਤ ਸੁਖ ਕਦੇ ਨਾਹੇ, ਜਾਸੇ ਜਨਮ ਹਾਰ। ਪਰਮਾਤਮਾ ਦਾ ਸਿਮਰਨ ਕੀਤੇ ਤੋਂ ਬਿਨਾ ਕਦੇ ਕਿਸੇ ਨੂੰ ਸੁਖ ਨਹੀਂ ਮਿਲਿਆ, ਨਾ ਲੋਕ ਦਾ ਸੁਖ ਨਾ ਪਰਲੋਕ ਦਾ ਸੁਖ। ਪ੍ਰਭ ਬਿਸਰਤ ਸੁਖ ਕਦੇ ਨਾਹੇ। ਜੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨ ਮੰਨਦੇ ਹੋ ਵੀ ਸੱਚੇ ਨੇ, ਤੇ ਫਿਰ ਬਚਨ ਇਹ ਆ ਵੀ ਪ੍ਰਮਾਤਮਾ ਨੂੰ ਭੁੱਲ ਕੇ ਕਦੇ ਸੁਖ ਨਹੀਂ ਮਿਲਦਾ। ਜਾਸੈ ਜਨਮ ਹਾਰ, ਸਗੋਂ ਮਨੁੱਖਾ ਜਨਮ ਹਾਰ ਜਾਈਦਾ, ਮਨੁੱਖਾ ਜਨਮ ਰਹਿ ਜਾਂਦਾ ਹੈ। ਬਾਜੀ ਹਾਰ ਜਾਵਾਂਗੇ, ਨਾਮ ਨਹੀਂ ਜਪਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸੇ ਮਿਲੋ। ਬਿਕਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੇ, ਜਸ ਹੈ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।